ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਚੱਚੈ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾ। ਜੁਗ ਜੁਗ ਜੋਗੀ ਖਾਣੀ ਭੋਗੀ, ਪੜਿਆ ਪੰਡਿਤ ਆਪ ਥੀਆ। ਜੁਗ ਜੁਗ ਜੋਗੀ ਖਾਣੀ ਭੋਗੀ, ਪੜਿਆ ਪੰਡਿਤ ਆਪ ਥੀਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸੁੱਖਾਂ ਦੇ ਸਾਗਰ, ਸੀਤਲਤਾ ਦੇ ਸੋਮੇ, ਦਇਆ ਦੇ ਖਜ਼ਾਨੇ, ਪਰਮ ਕਿਰਪਾਲੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਹੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋ ਰਹੀ ਸਿਫਤੋ ਸਲਾਹ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਗੁਰੂ ਸਵਾਰਿਓ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੱਟੀ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਨੂੰ ਅੱਗੇ ਕੰਟੀਨਿਊ ਕਰਦਿਆਂ ਹੋਇਆਂ ਜੋ ਅੱਜ ਦਾ ਪਾਵਨ ਬਚਨ, ਚੱਚੈ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾਂ। ਜੁਗ ਜੁਗ ਜੋਗੀ ਖਾਣੀ ਭੋਗੀ, ਪੜ੍ਹਿਆ ਪੰਡਿਤ ਆਪ ਥੀਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਸਾਡੇ ਸੰਬੰਧ ਦੇ ਵਿੱਚ ਆਉਂਦਾ ਹੈ, ਜੋ ਕੁਝ ਵੀ ਅਸੀਂ ਵਰਤਦੇ ਹਾਂ, ਯੂਜ਼ ਕਰਦੇ ਹਾਂ, ਉਸ ਸਭ ਕੁਝ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ। ਉਸ ਮਾਲਕ ਨੇ ਹੀ ਇਸ ਕ੍ਰੀਏਸ਼ਨ ਦਾ ਇੱਕ ਐਸਾ ਸਿਸਟਮ ਚਲਾ ਦਿੱਤਾ ਹੈ ਕਿ ਉਸ ਕ੍ਰੀਏਸ਼ਨ ਨੂੰ ਚਾਰ ਹਿੱਸਿਆਂ ਦੇ ਵਿੱਚ, ਚਾਰ ਕੈਟੇਗਰੀਜ਼ ਦੇ ਵਿੱਚ ਵੰਡ ਦਿੱਤਾ। ਚਾਰੇ ਖਾਣੀ, ਖਾਣੀ ਦਾ ਮਤਲਬ ਹੈ ਚਾਰ ਕੈਟੇਗਰੀਜ਼ ਜਿਸ ਦੇ ਰਾਹੀਂ ਸੰਸਾਰ ਦੀ ਕ੍ਰੀਏਸ਼ਨ ਹੁੰਦੀ ਹੈ। ਉਸ ਮਾਲਕ ਨੇ ਹੀ ਸੂਰਜ ਅਤੇ ਚੰਦਰਮਾ ਕ੍ਰੀਏਟ ਕਰਕੇ ਸਮੇਂ ਦਾ ਚੱਕਰ ਚਲਾ ਦਿੱਤਾ ਹੈ। ਚਾਰ ਜੁਗਾਂ ਸਮਾਂ, ਸਮੇਂ ਦਾ ਚੱਕਰ ਵੀ ਉਸ ਪਰਮਾਤਮਾ ਨੇ ਚਲਾਇਆ ਹੈ। ਜੇ ਜੀਵ ਉਸਨੇ ਪੈਦਾ ਕੀਤੇ ਨੇ, ਉਹਨਾਂ ਜੀਵਾਂ ਦੇ ਅੰਦਰ ਬੈਠ ਕੇ ਆਪਣੇ ਹੀ ਪੈਦਾ ਕੀਤੇ ਹੋਏ ਪਦਾਰਥਾਂ ਨੂੰ ਉਹ ਯੂਜ਼ ਕਰਦਾ ਪਿਆ ਹੈ। ਤੇ ਸਾਹਿਬ ਜੀ ਕਹਿੰਦੇ ਉਸ ਮਾਲਕ ਨੇ ਕੇਵਲ ਸੰਸਾਰ ਹੀ ਪੈਦਾ ਨਹੀਂ ਕੀਤਾ, ਪਦਾਰਥ ਹੀ ਪੈਦਾ ਨਹੀਂ ਕੀਤੇ, ਗਿਆਨ ਵੀ ਉਸ ਮਾਲਕ ਤੋਂ ਹੀ ਪੈਦਾ ਹੋਇਆ ਹੈ। ਤੇ ਉਹ ਪਰਮਾਤਮਾ ਆਪ ਪੜ੍ਹਿਆ ਪੰਡਿਤ ਆਪ ਥੀਆ। ਉਹ ਬੜਾ ਵਿਦਵਾਨ ਹੈ, ਪੜ੍ਹਿਆ ਲਿਖਿਆ ਹੈ ਪਰਮਾਤਮਾ, ਕਿਉਂਕਿ ਉਸ ਪਰਮਾਤਮਾ ਤੋਂ ਹੀ ਸਾਰੇ ਗਿਆਨ ਦੀ ਉਤਪਤੀ ਆ। ਉਹ ਪਰਮਾਤਮਾ ਹੀ ਸੋਰਸ ਆਫ ਨੌਲੇਜ ਹੈ। ਉਸ ਪਰਮਾਤਮਾ ਤੋਂ ਹੀ ਸਾਰੇ ਗਿਆਨ ਦੀ ਉਤਪਤੀ ਹੋ ਰਹੀ ਹੈ। ਸਤਿਗੁਰੂ ਜੀ ਕੀ ਸਮਝਾ ਰਹੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ।
ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਮੇਰੇ ਖਿਆਲ ਦੇ ਵਿੱਚ ਹੈ ਕਿ ਇੱਕ ਲਫ਼ਜ਼ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਥਰਡ ਆਈ, ਜਿਹਨੂੰ ਪੰਜਾਬੀ 'ਚ ਤੀਜੀ ਅੱਖ ਬੋਲਦੇ ਨੇ। ਤੇ ਜਦੋਂ ਤੀਜੀ ਅੱਖ ਦਾ ਜ਼ਿਕਰ ਚੱਲਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਹੈ ਹਰ ਇੱਕ ਦੇ ਮਾਈਂਡ ਦੇ ਵਿੱਚ, ਹਰ ਇੱਕ ਦੇ ਦਿਮਾਗ ਦੇ ਵਿੱਚ ਲਾਰਡ ਸ਼ਿਵਾ, ਉਹਨਾਂ ਦੀ ਇਮੇਜ ਜ਼ਰੂਰ ਕ੍ਰੀਏਟ ਹੋ ਗਈ ਹੋਵੇਗੀ, ਕਿਉਂਕਿ ਇਹ ਮੰਨਿਆ ਗਿਆ ਹੈ ਕਿ ਲਾਰਡ ਸ਼ਿਵਾ ਦੀ ਤੀਜੀ ਅੱਖ ਸੈਂਟਰ ਦੇ ਵਿੱਚ, ਮੱਥੇ ਦੇ ਵਿੱਚ ਪ੍ਰਗਟ ਹੁੰਦੀ ਸੀ। ਤੇ ਜਦੋਂ ਵੀ ਕਿਤੇ ਉਹਨਾਂ ਨੂੰ ਗੁੱਸਾ ਆਉਣਾ, ਸਾਹਮਣੇ ਉਹਨਾਂ ਦੇ ਜਿਹੜਾ ਵੀ ਕੋਈ ਖਲੋਤਾ ਹੁੰਦਾ ਸੀ, ਹੂਐਵਰ ਫਰੰਟ ਆਫ ਹਿਮ ਹੀ ਕੈਨ ਡਿਸਟਰੋਏ ਟੋਟਲੀ, ਉਹਨੂੰ ਖਤਮ ਕਰ ਦਿੰਦੇ ਸੀ ਗੁੱਸੇ ਦੇ ਵਿੱਚ ਜਦੋਂ ਹੁੰਦੇ ਸੀ ਉਹ। ਪਰ ਜੇਕਰ ਆਪਾਂ ਗੌਰ ਦੇ ਨਾਲ ਥੋੜ੍ਹਾ ਜਿਹਾ ਵਿਚਾਰ ਕੇ ਦੇਖੀਏ ਤੇ ਸਿਆਣਿਆਂ ਨੇ, ਵਿਦਵਾਨਾਂ ਨੇ ਗਿਆਨ ਨੂੰ ਵੀ ਤੀਜੀ ਅੱਖ ਕਿਹਾ ਹੈ। ਨੌਲੇਜ ਇਜ਼ ਦਾ ਥਰਡ ਆਈ ਫॉर ਮੈਨ। ਗਿਆਨ ਵੀ ਇੱਕ ਤੀਜੀ ਅੱਖ ਹੈ ਇਨਸਾਨ ਦੇ ਲਈ, ਕਿਉਂਕਿ ਗਿਆਨ ਦੇ ਨਾਲ ਹੀ ਇਨਸਾਨ ਨੂੰ ਸੰਸਾਰ ਦੀ ਸਮਝ ਆਉਂਦੀ ਹੈ। ਗਿਆਨ ਦੇ ਨਾਲ ਹੀ ਸੰਸਾਰ ਦੇ ਨਾਲ ਇਨਸਾਨ ਦਾ ਸੰਬੰਧ ਜੁੜਦਾ ਹੈ। ਨੌਲੇਜ ਤੋਂ ਬਿਨਾਂ ਇਨਸਾਨ ਜਿਹੜਾ ਵਾ ਸੰਸਾਰ ਦੇ ਵਿੱਚ ਸਰਵਾਈਵ ਨਹੀਂ ਕਰ ਸਕਦਾ। ਜੇਕਰ ਆਪਾਂ ਸੰਸਾਰ ਦੀ ਉਤਪਤੀ, ਜਦੋਂ ਇਹ ਅਜੇ ਪ੍ਰਮਾਤਮਾ ਨੇ ਕ੍ਰੀਏਟ ਕੀਤਾ ਸੀ, ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ, ਅਜੇ ਬਹੁਤੀ ਸਮਝ ਨਹੀਂ ਸੀ। ਉਸ ਸਮੇਂ ਵੱਲ ਵੀ ਦੇਖ ਲਈਏ ਤੇ ਜਿਵੇਂ ਜਿਵੇਂ ਇਨਸਾਨ ਨੇ ਰਹਿਣਾ ਸ਼ੁਰੂ ਕੀਤਾ, ਤਿਵੇਂ ਤਿਵੇਂ ਉਹਨੂੰ ਗਿਆਨ ਹੋਣਾ ਸ਼ੁਰੂ ਹੋਇਆ। ਉਹ ਗਿਆਨ ਹੀ ਸੀ, ਉਸ ਗਿਆਨ ਦੇ ਕਰਕੇ ਹੀ ਅੱਜ ਆਪਾਂ ਇੱਥੋਂ ਤੱਕ ਪਹੁੰਚੇ ਹੋਏ ਹਾਂ। ਜਿਹੜਾ ਗਿਆਨ ਹੋਣਾ ਸ਼ੁਰੂ ਹੋ ਗਿਆ ਨਾ, ਉਸ ਗਿਆਨ ਦੇ ਸਦਕਾ ਹੀ ਅੱਜ ਆਪਾਂ ਇੱਥੋਂ ਤੱਕ ਪਹੁੰਚੇ ਹੋਏ ਹਾਂ। ਜੇ ਗਿਆਨ ਨਾ ਹੁੰਦਾ ਤੇ ਮੇਰੇ ਖਿਆਲ ਦੇ ਵਿੱਚ ਹੈ ਕਿ ਸੰਸਾਰ ਦੇ ਵਿੱਚ ਕੁਝ ਵੀ ਨਾ ਹੁੰਦਾ। ਜਿਤਨੀ ਵੀ ਟੈਕਨੋਲੋਜੀ, ਜਿਤਨੇ ਵੀ ਪਦਾਰਥ ਆਪਾਂ ਵਰਤਦੇ ਹਾਂ ਸੰਸਾਰ ਦੇ ਵਿੱਚ, ਆਪਣੀ ਡੇਲੀ ਲਾਈਫ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਇਹ ਐਗਜ਼ਿਸਟ ਨਾ ਕਰਦੇ ਜੇਕਰ ਗਿਆਨ ਨਾ ਹੁੰਦਾ। ਸੋ ਇਹਦਾ ਮਤਲਬ ਹੋ ਗਿਆ ਕਿ ਗਿਆਨ ਦਾ ਜੀਵਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਗਿਆਨ ਤੋਂ ਬਿਨਾਂ ਇਨਸਾਨ ਪਸ਼ੂਆਂ ਦੇ ਸਮਾਨ ਕਹਿ ਲਈਏ। ਪਰ ਖਿਆਲ ਕਰਿਓ, ਇਸ ਗਿਆਨ ਨੂੰ ਆਪਾਂ ਜੇਕਰ ਸਮਝਣਾ ਹੋਵੇ ਤੇ 3 ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ, ਜਾਂ ਇੱਦਾਂ ਕਹਿ ਲਈਏ ਕਿ ਗਿਆਨ ਵੀ 3 ਤਰ੍ਹਾਂ ਦਾ ਹੁੰਦਾ ਹੈ। There is 3 type of knowledge। 3 ਤਰ੍ਹਾਂ ਦਾ ਗਿਆਨ ਹੈ। ਕਿਹੜਾ ਕਿਹੜਾ ਹੈ ਜੀ? ਸਭ ਤੋਂ ਪਹਿਲਾਂ ਆਪਾਂ ਕਵਾਂਗੇ ਜੀ ਸੰਸਾਰਿਕ ਗਿਆਨ, ਦੂਜਾ ਹੈ ਅਨੁਭਵੀ ਗਿਆਨ, ਤੇ ਤੀਜਾ ਹੈ ਆਤਮਿਕ ਗਿਆਨ। ਬੜਾ ਫਰਕ ਹੈ ਤਿੰਨਾਂ ਦੇ ਵਿੱਚ। ਜਿਹੜਾ ਸੰਸਾਰਿਕ ਗਿਆਨ ਹੈ ਤੇ ਆਤਮਿਕ ਗਿਆਨ ਹੈ, ਇਹਨਾਂ ਦੋਨਾਂ ਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਜਿਹੜਾ ਸੈਂਟਰ ਵਾਲਾ ਹੈ ਨਾ, ਦੂਜਾ ਅਨੁਭਵੀ ਗਿਆਨ ਜਿਹਨੂੰ ਕਹਿੰਦੇ ਨੇ, ਉਹਦਾ ਸੰਬੰਧ ਸੰਸਾਰਿਕ ਗਿਆਨ ਦੇ ਨਾਲ ਵੀ ਜੁੜਦਾ ਹੈ ਤੇ ਆਤਮਿਕ ਗਿਆਨ ਦੇ ਨਾਲ ਵੀ ਜੁੜਦਾ ਹੈ। ਉਹ ਦੋਨੋਂ ਪਾਸੇ ਕੰਮ ਕਰਦਾ ਹੈ। ਹੁਣ ਸੰਸਾਰਿਕ ਗਿਆਨ ਕੀ ਹੈ? ਇਸ ਸੰਸਾਰਿਕ ਗਿਆਨ ਨੂੰ ਆਮ ਸ਼ਬਦਾਵਲੀ ਦੇ ਵਿੱਚ, ਪੰਜਾਬੀ ਦੇ ਵਿੱਚ ਕਿਤਾਬੀ ਗਿਆਨ ਵੀ ਕਿਹਾ ਜਾਂਦਾ ਹੈ। ਉਹ ਗਿਆਨ, ਉਹ ਨੌਲੇਜ ਜਿਹੜਾ ਸਾਨੂੰ ਪੜ੍ਹ ਕੇ ਪ੍ਰਾਪਤ ਹੋ ਰਿਹਾ ਹੈ। ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਟੀਚਰ ਉਸ ਨੂੰ ਪੜ੍ਹਾਉਂਦਾ ਹੈ ਕਿਤਾਬ ਤੋਂ ਦੇਖ ਕੇ, ABC ਲਿਖਣੀ ਸਿੱਖਦਾ ਹੈ, ਪੜ੍ਹਦਾ ਹੈ, ਉਹ ਇਮੇਜਸ ਦੇਖ ਕੇ, ਤਸਵੀਰਾਂ ਦੇਖ ਕੇ ਉਹ ABC ਦੇ ਜਿਹੜੇ ਲੈਟਰਸ ਨੇ ਉਹਨਾਂ ਨੂੰ ਸਿੱਖਦਾ ਹੈ। ਉਹ ਕਿਤਾਬੀ ਗਿਆਨ ਹੈ। ਕਿਤਾਬਾਂ ਨੂੰ ਪੜ੍ਹ ਕੇ ਜਿਹੜਾ ਗਿਆਨ ਪ੍ਰਾਪਤ ਹੁੰਦਾ ਪਿਆ, ਉਸ ਨੂੰ ਕਿਤਾਬੀ ਗਿਆਨ ਕਿਹਾ ਜਾਂਦਾ ਹੈ। ਤੇ ਜਿਵੇਂ ਜਿਵੇਂ ਇਨਸਾਨ ਪੜ੍ਹਦਾ ਹੈ, ਉਹਦੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ, ਉਸ ਨੂੰ ਸਮਝ ਆਉਂਦੀ ਹੈ, ਫਿਰ ਸੰਸਾਰ ਦੇ ਨਾਲ ਉਹਦਾ ਪੂਰੀ ਤਰ੍ਹਾਂ ਸੰਬੰਧ ਜੁੜਦਾ ਹੈ। ਹਰ ਇੱਕ ਚੀਜ਼ ਦਾ ਉਸ ਨੂੰ ਪਤਾ ਲੱਗ ਜਾਂਦਾ ਹੈ ਗਿਆਨ ਦੇ ਰਾਹੀਂ, ਜੋ ਕੁਝ ਉਸਨੇ ਪੜ੍ਹਿਆ ਹੈ। ਪਰ ਖਿਆਲ ਕਰਿਓ, ਜੋ ਕੁਝ ਪੜ੍ਹਿਆ ਜਾਂਦਾ ਹੈ, ਇਨਸਾਨ ਬਚਪਨ ਤੋਂ ਸਟਾਰਟ ਕਰਦਾ ਹੈ, ਜਵਾਨੀ ਆ ਜਾਂਦੀ ਹੈ, ਜਵਾਨੀ ਦੇ ਵਿੱਚ ਆਣ ਕੇ ਉਹਦੇ ਕੋਲ ਕੋਈ ਡਿਗਰੀ ਆ ਗਈ, ਉਸਨੇ ਸਪੋਜ਼ ਕਰ ਲਓ ਬੈਚਲਰ ਕਰ ਲਈ ਹੈ ਜਾਂ ਮਾਸਟਰ ਕਰ ਲਈ ਹੈ, ਡਿਗਰੀ ਉਹਦੇ ਹੱਥ ਦੇ ਵਿੱਚ ਹੈ, ਗਿਆਨਵਾਨ ਹੈ, ਉਹਨੂੰ ਪੜ੍ਹਿਆ ਲਿਖਿਆ ਕਿਹਾ ਜਾਏਗਾ। ਪਰ ਇੱਥੇ ਇੱਕ ਹੋਰ ਗੱਲ ਵੀ ਆ ਜਾਂਦੀ ਹੈ, ਜਦੋਂ ਕੋਈ ਇਨਸਾਨ ਮੋਸਟਲੀ ਪੜ੍ਹ ਜਾਂਦਾ ਹੈ ਨਾ, ਉਹ ਗਿਆਨ ਇਕੱਲਾ ਨਹੀਂ ਜੀ ਆਉਂਦਾ। ਉਹ ਗਿਆਨ ਇਕੱਲਾ ਨਹੀਂ ਆਉਂਦਾ, ਨਾਲ ਉਹ ਆਪਣੇ ਹਉਮੈ ਨੂੰ ਵੀ ਲੈ ਕੇ ਆਉਂਦਾ ਹੈ। ਕਈ ਵਾਰ ਇਨਸਾਨ ਨੂੰ ਆਪਣੇ ਗਿਆਨ ਦਾ ਹੀ ਹੰਕਾਰ ਹੋ ਜਾਂਦਾ ਹੈ। ਉਹ ਆਪਣੀਆਂ ਡਿਗਰੀਆਂ ਦੇ ਉੱਤੇ ਹੀ ਹੰਕਾਰ ਕਰਕੇ ਬੈਠ ਜਾਂਦਾ, ਮੈਂ ਇੰਨਾ ਪੜ੍ਹਿਆ ਲਿਖਿਆ। ਪਰ ਖਿਆਲ ਕਰਿਓ, ਪੜ੍ਹਿਆ ਲਿਖਿਆ ਹੋਣਾ ਇਨਸਾਨ ਵਾਸਤੇ ਜ਼ਰੂਰੀ ਹੈ, ਪੜ੍ਹਨਾ ਚਾਹੀਦਾ ਹੈ। ਸਤਿਗੁਰਾਂ ਨੇ ਬਾਣੀ 'ਚ ਕਿਤੇ ਨਹੀਂ ਕਿਹਾ ਕਿ ਇਨਸਾਨ ਨੂੰ ਪੜ੍ਹਨਾ ਨਹੀਂ ਚਾਹੀਦਾ। ਜੇਕਰ ਐਸੀ ਕਿਤੇ ਗੱਲ ਹੁੰਦੀ
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਾਂਧੇ ਦੇ ਕੋਲ, ਪੰਡਿਤ ਦੇ ਕੋਲ, ਜਿਹੜਾ ਮੌਲਵੀ ਸੀ ਉਹਦੇ ਕੋਲ ਪੜ੍ਹਨ ਵਾਸਤੇ ਨਾ ਜਾਂਦੇ। ਜੇ ਕਿਤੇ ਗਿਆਨ ਦੀ ਪੜ੍ਹਾਈ ਦੀ ਜ਼ਰੂਰਤ ਨਾ ਹੁੰਦੀ ਤੇ ਗੁਰੂ ਨਾਨਕ ਸਾਹਿਬ ਜਾ ਕੇ ਸੰਸਕ੍ਰਿਤ, ਫਾਰਸੀ, ਮੈਥੇਮੈਟਿਕਸ ਨਾ ਪੜ੍ਹਦੇ। ਉਹਨਾਂ ਨੇ ਪੜ੍ਹਿਆ ਆਪ ਬਚਪਨ ਵਿੱਚ। ਬਾਕੀ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹ ਲਓ, ਉਹਨਾਂ ਨੇ ਪੜ੍ਹਾਈ ਕੀਤੀ ਹੈ। ਤੇ ਇਹਦਾ ਮਤਲਬ ਹੈ ਜੇ ਆਪ ਸਤਿਗੁਰੂ ਜੀ ਪੜ੍ਹਦੇ ਪਏ ਨੇ ਤੇ ਸਾਨੂੰ ਵੀ ਕਹਿੰਦੇ ਨੇ ਕਿ ਪੜ੍ਹਨਾ ਚਾਹੀਦਾ ਹੈ। ਨੌਲੇਜ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ, ਜ਼ਰੂਰੀ ਹੈ, ਕਿਉਂਕਿ ਗਿਆਨ ਦੇ ਰਾਹੀਂ ਹੀ ਸਮਝ ਪੈਂਦੀ ਹੈ। ਤੁਸੀਂ ਸਪੋਜ਼ ਕਰ ਲਓ ਕਿਸੇ ਦੂਸਰੀ ਕੰਟਰੀ ਦੇ ਵਿੱਚ ਜਾਣਾ ਹੈ, ਸਫ਼ਰ ਕਰਨਾ ਹੈ ਤੁਸੀਂ। ਹੁਣ ਉੱਥੇ ਸਾਈਨ ਬੋਰਡਸ ਲੱਗੇ ਹੋਏ ਨੇ, ਤੁਹਾਨੂੰ ਕਿਸੇ ਜਗ੍ਹਾ ਦਾ ਪਤਾ ਨਹੀਂ ਹੈ, ਤੁਸੀਂ ਉਹ ਸਾਈਨ ਬੋਰਡਸ ਦੇਖ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਈਜ਼ੀਲੀ। ਪਰ ਜੇਕਰ ਤੁਸੀਂ ਪੜ੍ਹੇ ਨਹੀਂ ਹੋ, ਤੁਹਾਡੇ ਕੋਲ ਨੌਲੇਜ ਨਹੀਂ ਹੈ, ਗਿਆਨ ਨਹੀਂ ਹੈ, ਤੁਹਾਡੇ ਵਾਸਤੇ ਉੱਥੇ ਸਫ਼ਰ ਕਰਨਾ ਜਾਂ ਕਿਸੇ ਦੂਜੀ ਕੰਟਰੀ ਦੇ ਵਿੱਚ ਜਾ ਕੇ ਸਰਵਾਈਵ ਕਰਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਪਰ ਸ਼ਰਤ, ਕੰਡੀਸ਼ਨ ਇਹ ਹੈ, ਨੌਲੇਜ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਕਿਤੇ ਹੰਕਾਰ ਨਾਲ ਨਾ ਆ ਜਾਏ। ਉਹ ਕਹਿੰਦੇ ਨੇ ਨਾ ਕਿ ਇੱਕ ਪੰਡਿਤ ਸੀ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਇੱਕ ਪੰਡਿਤ ਸੀ ਤੇ ਉਹ ਬੜਾ ਗਿਆਨਵਾਨ ਜੀ, ਨੌਲੇਜ ਬੜੀ, ਨੌਲੇਜ ਦੀ ਕਮੀ ਕੋਈ ਨਹੀਂ ਸੀ ਉਹਦੇ ਕੋਲੇ। ਤੇ ਪੁਰਾਣੀ ਇੱਕ ਟ੍ਰੈਡੀਸ਼ਨ ਵੀ ਰਹੀ ਹੈ ਕਿ ਜਿਹੜਾ ਕੋਈ ਪੰਡਿਤ ਹੋ ਜਾਂਦਾ ਸੀ, ਵਿਦਵਾਨ ਹੋ ਜਾਂਦਾ ਸੀ, ਸਪੋਜ਼ ਕਰ ਲਓ ਆਪਣਾ ਜਿਹੜਾ ਇਹ ਇਲਾਕਾ ਹੈ ਕਾਤੌਂਗ, ਇਸ ਕਾਤੌਂਗ ਇਲਾਕੇ ਦੇ ਵਿੱਚ ਕੋਈ ਪੰਡਿਤ ਹੋ ਗਿਆ, ਵਿਦਵਾਨ ਹੋ ਗਿਆ ਜੀ, ਬੜਾ ਉਹਦੇ ਕੋਲ ਗਿਆਨ ਹੈ, ਤੇ ਉਹ ਦੂਸਰੇ ਇਲਾਕੇ ਦਾ ਜਿਹੜਾ ਕੋਈ ਪੰਡਿਤ ਹੋਏਗਾ ਉਹਨੂੰ ਚੈਲੰਜ ਕਰੇਗਾ, ਉਹਨੂੰ ਚੈਲੰਜ ਕਰੇਗਾ ਕਿ ਭਾਈ ਆ ਤੂੰ ਮੇਰੇ ਨਾਲ ਆਣ ਕੇ ਬੈਠ ਕੇ ਡਿਬੇਟ ਕਰ, ਜੇ ਮੈਂ ਜਿੱਤ ਗਿਆ, ਜਿਤਨੇ ਤੇਰੇ ਕੋਲ ਧਾਰਮਿਕ ਗ੍ਰੰਥ ਨੇ ਉਹ ਸਾਰੇ ਮੇਰੇ, ਜੇ ਮੈਂ ਹਾਰ ਗਿਆ ਮੇਰੇ ਗ੍ਰੰਥ ਸਾਰੇ ਤੇਰੇ। ਇਹ ਟ੍ਰੈਡੀਸ਼ਨ ਰਹੀ ਹੈ ਕਿਸੇ ਸਮੇਂ ਆਪਣੇ ਇੰਡੀਆ ਦੇ ਵਿੱਚ। ਤੇ ਕਹਿੰਦੇ ਇੱਕ ਪੰਡਿਤ ਸੀ, ਉਹਦਾ ਸਿਸਟਮ ਇਦਾਂ ਦਾ ਬਣ ਗਿਆ ਜੀ, ਹਰ ਇੱਕ ਪੰਡਿਤ ਦੇ ਨਾਲ ਉਹਨੇ ਡਿਬੇਟ ਕਰਨੀ, ਉਹਨੂੰ ਹਰਾ ਦੇਣਾ। ਹੰਕਾਰੀ ਹੋ ਗਿਆ, ਜਿਵੇਂ ਜਿਵੇਂ ਉਹ ਹਰਾਉਂਦਾ ਸੀ ਤਿਵੇਂ ਤਿਵੇਂ ਹੰਕਾਰ ਦੇ ਵਿੱਚ ਵਾਧਾ ਹੁੰਦਾ ਸੀ। ਇੱਥੋਂ ਤੱਕ ਜ਼ਿਕਰ ਮਿਲਦਾ ਹੈ, ਕਹਿੰਦੇ ਉਹਦੇ ਕੋਲ ਇੰਨੇ ਕੁ ਗ੍ਰੰਥ ਹੋ ਗਏ ਸੀ ਕਿ ਉਹਨਾਂ ਗ੍ਰੰਥਾਂ ਨੂੰ ਇੱਕ ਊਠ ਦੇ ਉੱਤੇ, ਕੈਮਲ, ਊਠ ਦੇ ਉੱਤੇ ਲੱਦੀ ਫਿਰਦਾ ਹੁੰਦਾ ਸੀ। ਇੰਨਾ ਉਹਦੇ ਕੋਲ ਗਿਆਨ, ਇੰਨਾ ਉਹਦੇ ਕੋਲ ਹੰਕਾਰ। ਤੇ ਕਹਿੰਦੇ ਇੱਕ ਪਿੰਡ ਦੇ ਵਿੱਚ ਪਹੁੰਚਿਆ ਤੇ ਉੱਥੇ ਜਾ ਕੇ ਉਹਨੇ ਚੈਲੰਜ ਕੀਤਾ ਪਿੰਡ ਦੇ ਲੋਕਾਂ ਨੂੰ ਕਿ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਵਿਦਵਾਨ ਪੰਡਿਤ ਹੈ ਤੇ ਲਿਆਓ, ਮੈਂ ਉਹਦੇ ਨਾਲ ਡਿਬੇਟ ਕਰਨੀ ਹੈ। ਤੇ ਬਦਕਿਸਮਤੀ ਉਸ ਪਿੰਡ ਦੀ ਕਿ ਉਸ ਪਿੰਡ ਦੇ ਵਿੱਚ ਵਿਦਵਾਨ ਪੰਡਿਤ ਹੀ ਕੋਈ ਨਹੀਂ, ਉਹਦੇ ਨਾਲ ਡਿਬੇਟ ਕਰਨ ਵਾਲਾ ਹੀ ਕੋਈ ਨਹੀਂ। ਤੇ ਪਿੰਡ ਦੇ ਜਿਹੜੇ ਲੀਡਰ ਸੀ ਉਹਨਾਂ ਕਿਹਾ ਕਿ ਜੇਕਰ ਉਹਨੂੰ ਆਪਾਂ ਕਹਿ ਦਿੱਤਾ ਕਿ ਪਿੰਡ 'ਚ ਵਿਦਵਾਨ ਹੀ ਕੋਈ ਨਹੀਂ ਹੈ ਤੇ ਪਿੰਡ ਦੀ ਬੜੀ ਇਨਸਲਟ ਹੋਣੀ ਹੈ, ਤੇ ਕੀ ਕੀਤਾ ਜਾਏ। ਤੇ ਕਹਿੰਦੇ ਇੱਕ ਉਹਨਾਂ ਦੇ ਪਿੰਡ ਦੇ ਵਿੱਚ ਨਾ ਤੇਲ ਦਾ ਕੰਮ ਕਰਨ ਵਾਲਾ, ਜਿਹੜਾ ਤੇਲ ਸੈੱਲ ਕਰਦਾ ਹੈ, ਉਹ ਕੰਮ ਕਰਨ ਵਾਲਾ ਵਿਚਾਰਾ ਗੂੰਗਾ ਸੀ, ਬੋਲ ਨਹੀਂ ਸੀ ਸਕਦਾ। ਕਹਿੰਦੇ ਇਹਨੂੰ ਉਹਦੇ ਸਾਹਮਣੇ ਬਿਠਾ ਦਿਓ, ਕਹਿ ਦੇਵਾਂਗੇ ਜੀ ਕਿ ਇਹ ਵਿਦਵਾਨ ਹੈ। ਕਹਿੰਦੇ ਇਹਨੂੰ ਤਾਂ ਆਉਂਦਾ ਹੀ ਕੁਛ ਨਹੀਂ, ਇਹ ਤਾਂ ਤੇਲ ਦਾ ਕੰਮ ਕਰਨ ਵਾਲਾ, ਇਹ ਉਹਦਾ ਕੀ ਮੁਕਾਬਲਾ ਕਰੇਗਾ, ਉਹਦੇ ਨਾਲ ਡਿਬੇਟ ਕਿਵੇਂ ਕਰੇਗਾ। ਕਹਿੰਦੇ ਨਹੀਂ, ਬਿਠਾ ਦਿਓ ਬਸ। ਤੇ ਉਹਨੂੰ ਗੰਗੂ, ਉਹਦਾ ਨਾਮ ਗਾਂਗਾ ਤੇਲੀ ਕਿਹਾ ਜਾਂਦਾ ਸੀ, ਇਹਨੂੰ ਗੰਗੂ ਤੇਲੀ ਵੀ ਕਿਹਾ ਜਾਂਦਾ ਸੀ। ਉਹ ਕਹਿੰਦੇ ਉਹਨੂੰ ਬਿਠਾ ਦਿੱਤਾ, ਸਮਝਾ ਦਿੱਤਾ ਕਿ ਤੇਰੇ ਸਾਹਮਣੇ ਪੰਡਿਤ ਬੈਠਾ ਹੋਏਗਾ, ਬਸ ਤੂੰ ਇਸ਼ਾਰੇ ਕਰੀ ਜਾਣੇ ਆ। ਚਲੋ ਜੀ, ਡਿਬੇਟ ਸਟਾਰਟ ਹੋ ਗਈ। ਤੇ ਗੋਸ਼ਟ ਗਾਂਗੇ ਤੇਲੀਏ, ਉਹ ਭਾਈ ਗੁਰਦਾਸ ਨੇ ਜ਼ਿਕਰ ਕੀਤਾ ਇਸ ਘਟਨਾ ਦਾ ਪੌੜੀ ਦੇ ਵਿੱਚ। ਉਹ ਕਹਿੰਦੇ ਉਹ ਬਿਠਾ ਦਿੱਤਾ ਤੇ ਪੰਡਿਤ ਜੀ ਨੇ ਇੱਕ ਉਂਗਲ ਕੀਤੀ, ਪੰਡਿਤ ਜੀ ਨੇ ਇੱਕ ਉਂਗਲ ਕੀਤੀ। ਤੇ ਜਿਹੜਾ ਅੱਗੇ ਸਾਹਮਣੇ ਬੈਠਾ ਹੋਇਆ ਨਾ, ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਉਹਨੇ ਇੱਕ ਉਂਗਲ ਕਿਉਂ ਕੀਤੀ ਹੈ। ਉਸ ਤੇਲੀ ਨੇ 2 ਉਂਗਲਾਂ ਕਰ ਦਿੱਤੀਆਂ। ਹੁਣ ਉਸ ਤੇਲੀ ਨੇ ਕੀ ਸਮਝਿਆ ਸੀ ਕਿ ਪੰਡਿਤ ਕਹਿ ਰਿਹਾ ਹੈ ਕਿ ਮੈਂ ਤੇਰੀ ਇੱਕ ਅੱਖ ਕੱਢ ਦੇਣੀ ਹੈ, ਇੱਕ ਉਂਗਲ, ਮੈਂ ਤੇਰੀ ਇੱਕ ਅੱਖ ਕੱਢ ਦੇਣੀ ਹੈ। ਤੇ ਉਸ ਗਾਂਗੇ ਤੇਲੀ ਨੇ 2 ਉਂਗਲਾਂ ਕਰ ਦਿੱਤੀਆਂ। ਉਹਦਾ ਭਾਵ ਸੀ ਕਿ ਜੇਕਰ ਤੂੰ ਮੇਰੀ ਇੱਕ ਕੱਢੇਗਾ, ਮੈਂ ਤੇਰੀਆਂ ਦੋਵੇਂ ਕੱਢ ਦੇਣੀਆਂ। ਅਸਲ 'ਚ ਪੰਡਿਤ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਪ੍ਰਮਾਤਮਾ ਇੱਕ ਹੈ। ਤੇ ਉਹਨੇ ਗਾਂਗੇ ਤੇਲੀ ਨੇ ਜਦੋਂ 2 ਉਂਗਲਾਂ ਕੀਤੀਆਂ ਤੇ ਪੰਡਿਤ ਨੇ ਸੋਚਿਆ ਕਿ ਇਹ ਕਹਿ ਰਿਹਾ ਕਿ ਹਾਂ ਬਿਲਕੁਲ ਪ੍ਰਮਾਤਮਾ ਇੱਕ ਹੈ, ਪਰ ਉਹਦੇ ਰੂਪ 2 ਨੇ, ਇੱਕ ਸਰਗੁਣ ਹੈ ਤੇ ਇੱਕ ਨਿਰਗੁਣ ਹੈ। ਪੰਡਿਤ ਜੀ ਨੇ ਐ ਆਪਣਾ ਹੱਥ ਪੂਰਾ ਵਿਖਾ ਦਿੱਤਾ ਜੀ ਉਸ ਨੂੰ, ਤੇ ਉਹਨੇ ਅੱਗੋਂ ਇਵੇਂ ਕਰ ਦਿੱਤਾ, ਮੁੱਠ ਬੰਦ ਕਰ ਲਈ। ਉਹਨੇ ਆਪਣਾ ਪੰਜਾ ਦਿਖਾਇਆ ਤੇ ਗਾਂਗੇ ਤੇਲੀ ਨੇ ਆਪਣੀ ਮੁੱਠ ਬੰਦ ਕਰ ਲਈ। ਉਹਨੇ ਗਾਂਗੇ ਤੇਲੀ ਨੇ ਸਮਝਿਆ ਕਿ ਮੈਂ ਤੇਰੇ ਚਪੇੜ ਮਾਰਨੀ ਹੈ। ਉਹਨੇ ਅੱਗੋਂ ਜਦੋਂ ਮੁੱਠ ਬੰਦ ਕੀਤੀ, ਕਹਿੰਦਾ ਜੇ ਤੂੰ ਮੇਰੇ ਚਪੇੜ ਮਾਰੇਗਾ ਮੈਂ ਤੇਰੇ ਘੁਸੁੰਨ ਮਾਰਾਂਗਾ। ਪਰ ਉਹਨੇ ਪੰਡਿਤ ਨੇ ਕੀ ਕਿਹਾ ਸੀ? ਕਹਿੰਦਾ ਤੱਤ 5 ਨੇ, ਤੱਤ 5 ਨੇ, ਐਲੀਮੈਂਟਸ 5 ਨੇ। ਤੇ ਉਹ ਜਦੋਂ ਉਹਨੇ ਮੁੱਠ ਬੰਦ ਕੀਤੀ ਤੇ ਪੰਡਿਤ ਜੀ ਨੇ ਕੀ ਸਮਝਿਆ ਕਿ
ਭਾਵੇਂ ਪੰਜ ਤੱਤ ਨੇ ਵੱਖਰੇ ਵੱਖਰੇ, ਹਵਾ ਪਾਣੀ ਅੱਗ ਪ੍ਰਿਥਵੀ ਜਲ, ਇਹ ਵੱਖਰੇ ਵੱਖਰੇ ਤੱਤ ਨੇ ਪੰਜ, ਪਰ ਹੈ ਇੱਕ ਜਗ੍ਹਾ, ਇਕੱਠੇ ਨੇ। ਸਾਡਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ, ਪੰਜ ਤੱਤ ਅਲੱਗ-ਅਲੱਗ ਨੇ, ਪਰ ਉਹਨਾਂ ਪੰਜਾਂ ਤੱਤਾਂ ਨੂੰ ਪ੍ਰਮਾਤਮਾ ਨੇ ਇੱਕ ਜਗ੍ਹਾ ਇਕੱਠਾ ਕਰ ਦਿੱਤਾ। ਪੰਡਤ ਕਹਿੰਦਾ ਮੈਂ ਹਾਰ ਗਿਆ। ਸੋ ਕਈ ਵਾਰ ਜਿਹੜਾ ਇਨਸਾਨ ਦਿਮਾਗੀ ਤੌਰ ਤੇ ਆਪਣੇ ਆਪ ਨੂੰ ਬੜਾ ਵਿਦਵਾਨ ਸਮਝਣ ਲੱਗ ਪੈਂਦਾ ਨਾ, ਜਦੋਂ ਹੰਕਾਰੀ ਹੋ ਜਾਂਦਾ ਹੈ, ਤੇ ਉਸ ਇਨਸਾਨ ਦਾ ਹੰਕਾਰ ਜਿਹੜਾ ਨਾ ਇੱਕ ਨਾਰਮਲ ਬੰਦਾ ਵੀ ਤੋੜ ਸਕਦਾ ਹੈ। ਹੰਕਾਰੀ ਗਿਆਨ ਜਿਹੜਾ ਨਾ ਬੜਾ ਖਤਰਨਾਕ ਹੈ ਸਾਧ ਸੰਗਤ ਜੀਵਨ ਵਾਸਤੇ। ਸੋ ਸਤਿਗੁਰੂ ਜੀ ਕਹਿੰਦੇ ਕਿ ਜੀਵਨ ਵਾਸਤੇ ਗਿਆਨ ਦਾ ਹੋਣਾ ਬੜਾ ਜ਼ਰੂਰੀ ਹੈ। ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ ਜੀ ਬਾਣੀ ਦੇ ਵਿੱਚੋਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਿਹੜਾ ਤੁਹਾਡੇ ਕੋਲ ਗਿਆਨ ਹੈ, ਜੇਕਰ ਉਸ ਗਿਆਨ ਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਯੂਜ਼ ਕਰਦੇ ਪਏ ਹੋ, ਸੰਸਾਰ ਦੇ ਭਲੇ ਲਈ ਯੂਜ਼ ਕਰਦੇ ਪਏ ਹੋ, ਤੇ ਉਹ ਵਿਦਿਆ, ਉਹ ਗਿਆਨ ਤੁਹਾਡੇ ਵਾਸਤੇ ਮੁਬਾਰਕ ਹੈ। ਪਰ ਜੇਕਰ ਜਿਹੜਾ ਗਿਆਨ ਤੁਹਾਡੇ ਕੋਲ ਹੈ, ਉਸ ਗਿਆਨ ਦੇ ਥਰੂ ਤੁਸੀਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਲੁੱਟਦੇ ਪਏ ਹੋ, ਜਾਂ ਕਿਸੇ ਦਾ ਤੁਸੀਂ ਮਾੜਾ ਕਰਦੇ ਪਏ ਹੋ, ਜਾਂ ਕਿਸੇ ਦਾ ਤੁਸੀਂ ਹੱਕ ਮਾਰਦੇ ਪਏ ਹੋ, ਜਾਂ ਕੋਈ ਭੋਲਾ ਵਿਚਾਰਾ ਜਿਹਨੂੰ ਸਮਝ ਕੋਈ ਜ਼ਿਆਦਾ ਨਹੀਂ, ਉਸ ਨੂੰ ਤੁਸੀਂ ਆਪਣੇ ਗਿਆਨ ਦੇ ਸਦਕਾ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਦਾ ਨੁਕਸਾਨ ਕਰਦੇ ਪਏ ਹੋ, ਐਸੀ ਵਿਦਿਆ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਨੇ ਕਦੇ ਵੀ ਨਹੀਂ ਕਿਹਾ। ਯਾਦ ਰਹੇ, ਐਸੀ ਵਿਦਿਆ ਵਾਸਤੇ ਸਤਿਗੁਰਾਂ ਨੇ ਨਹੀਂ ਕਿਹਾ। ਵਿਦਿਆ ਉਹ ਚੰਗੀ ਹੈ ਜਿਸ ਦੇ ਰਾਹੀਂ ਸੰਸਾਰ ਦਾ ਭਲਾ ਹੋ ਸਕੇ, ਪਰਉਪਕਾਰ ਕੀਤਾ ਜਾ ਸਕੇ, ਜਿਸ ਗਿਆਨ ਦੇ ਰਾਹੀਂ। ਅਲਫਰਡ ਨੋਬਲ ਦਾ ਨਾਂ ਤੁਸੀਂ ਸੁਣਿਆ ਹੋਵੇਗਾ ਮੇਰੇ ਖਿਆਲ ਦੇ ਵਿੱਚ, ਜਿਸ ਦੇ ਨਾਮ ਤੋਂ ਨੋਬਲ ਪ੍ਰਾਈਜ਼ ਜਿਹੜਾ ਹੈ ਉਹ ਸਟਾਰਟ ਹੁੰਦਾ ਹੈ। ਤੇ ਕਹਿੰਦੇ ਇਹ ਨੋਬਲ ਪ੍ਰਾਈਜ਼ ਉਹਨੇ ਸਟਾਰਟ ਕਿਉਂ ਕੀਤਾ, ਇਹਦੇ ਪਿੱਛੇ ਵੀ ਇੱਕ ਸਟੋਰੀ ਹੈ। ਇਹ ਜਿਹੜਾ ਨੋਬਲ ਹੈ ਨਾ, ਅਲਫਰਡ ਨੋਬਲ, ਇਹ ਪਹਿਲਾਂ ਕਿਤੇ ਜਿਹੜੇ ਵੈਪਨਸ ਨੇ ਉਹ ਬਣਾਇਆ ਕਰਦਾ ਸੀ, ਗਨਸ ਵਗੈਰਾ ਇਹਨੇ ਬਣਾਉਣੀਆਂ, ਫਿਰ ਇਹਨੇ ਜਿਹੜੇ ਮਿਲਟਰੀ ਦੇ ਵਿੱਚ ਟੈਂਕਸ ਯੂਜ਼ ਕੀਤੇ ਜਾਂਦੇ ਨੇ ਉਹ ਬਣਾਉਣੇ। ਤੇ ਹੁਣ ਜਦੋਂ ਇਹ ਸਾਰਾ ਸਮਾਨ ਮੈਦਾਨੇ ਜੰਗ ਦੇ ਵਿੱਚ ਯੂਜ਼ ਕੀਤਾ ਜਾਏਗਾ, ਕਿਸੇ ਦੂਸਰੇ ਦੇਸ਼ ਦੇ ਖਿਲਾਫ ਯੂਜ਼ ਕੀਤਾ ਜਾਏਗਾ, ਉੱਥੋਂ ਦੇ ਲੋਕ ਮਰਨਗੇ। ਤੇ ਕਹਿੰਦੇ ਨੇ ਯੂਰਪ ਦੇ ਵਿੱਚ ਇੱਕ ਨਿਊਜ਼ ਪੇਪਰ ਦੇ ਜਦੋਂ ਕਿਤੋਂ ਐਕਸੀਡੈਂਟ ਹੋਇਆ ਜੀ, ਕਿਸੇ ਦਾ ਐਕਸੀਡੈਂਟ ਹੋਇਆ ਜਿਸ ਦਾ ਚਿਹਰਾ ਅਲਫਰਡ ਨੋਬਲ ਦੇ ਨਾਲ ਮਿਲਦਾ ਸੀ। ਤੇ ਕਹਿੰਦੇ ਉਹ ਉਸ ਐਕਸੀਡੈਂਟ ਦੇ ਵਿੱਚ ਬੰਦਾ ਮਰ ਗਿਆ, ਤੇ ਨਿਊਜ਼ ਜਿਹੜੀ ਆ ਉਹ ਪੇਪਰ ਦੇ ਵਿੱਚ ਪ੍ਰਿੰਟ ਹੋਈ ਕਿ ਜਿਹੜਾ ਮੌਤ ਵੰਡਣ ਵਾਲਾ, ਉਹਦੀ ਮੌਤ ਹੋ ਗਈ, ਮੌਤ ਵੰਡਣ ਵਾਲੇ ਦੀ ਮੌਤ ਹੋ ਗਈ। ਹੁਣ ਉਹਦੇ ਕੋਲ ਗਿਆਨ ਸੀ, ਨੌਲੇਜ ਸੀ, ਪਰ ਉਸ ਨੌਲੇਜ ਨੂੰ ਉਸਨੇ ਯੂਜ਼ ਕਿਸ ਤਰੀਕੇ ਦੇ ਨਾਲ ਕੀਤਾ? ਆਪਣੇ ਪ੍ਰੋਫਿਟ ਦੇ ਲਈ ਐਸੀਆਂ ਚੀਜ਼ਾਂ ਉਸਨੇ ਬਣਾ ਦਿੱਤੀਆਂ ਜਿਹੜੀਆਂ ਇਨਸਾਨੀ ਜ਼ਿੰਦਗੀ ਵਾਸਤੇ ਖਤਰਨਾਕ ਜਾਂ ਇਨਸਾਨ ਦਾ ਅੰਤ ਤੱਕ ਕਰ ਸਕਦੀਆਂ ਨੇ। ਜਦੋਂ ਉਹਨੇ ਆਹ ਖਬਰ ਪੜ੍ਹੀ ਨਾ, ਤੇ ਉਹ ਖਬਰ ਪੜ੍ਹ ਕੇ ਤੇ ਉਹਦੇ ਮਨ ਨੂੰ ਬੜਾ ਮਹਿਸੂਸ ਹੋਇਆ ਜੀ, ਉਹਨੇ ਫੀਲ ਕੀਤਾ। ਫਿਰ ਉਸਨੇ ਇੱਕ ਐਸਾ ਵਿਚਾਰ ਬਣਾਇਆ ਕਿ ਐਸਾ ਕੁਝ ਕੀਤਾ ਜਾਵੇ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ, ਸੰਸਾਰ ਦੇ ਵਿੱਚ ਨਾ ਇੱਕ ਕਹਿ ਲਈਏ ਕਿ ਪ੍ਰੇਰਨਾ ਲੋਕਾਂ ਦੇ ਅੰਦਰ ਪੈਦਾ ਕੀਤੀ ਜਾਵੇ, ਇਨਸਪੀਰੇਸ਼ਨ ਲੋਕਾਂ ਦੇ ਅੰਦਰ ਪੈਦਾ ਕੀਤੀ ਜਾਵੇ। ਤੇ ਫਿਰ ਉਸਨੇ ਨੋਬਲ ਪ੍ਰਾਈਜ਼ ਜਿਹੜਾ ਨਾ ਉਹਨੂੰ ਕ੍ਰੀਏਟ ਕੀਤਾ। ਉਹਦੀ ਦੇਣ ਹੈ ਜੀ, ਅਲਫਰਡ ਨੋਬਲ ਦੀ ਦੇਣ ਹੈ। ਇਹ ਕ੍ਰੀਏਟ ਤਾਂ ਹੁੰਦਾ ਹੈ ਕਿ ਉਹ ਇੱਕ ਖਬਰ ਪੜ੍ਹ ਲੈਂਦਾ ਹੈ ਪੇਪਰ ਦੇ ਵਿੱਚੋਂ, ਜਿਹਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈ ਮੌਤ ਵੰਡਣ ਵਾਲੇ ਦੀ ਮੌਤ ਹੋ ਗਈ। ਗਿਆਨ ਹੈ, ਡਿਪੈਂਡ ਕਰਦਾ ਹੈ ਕਿ ਹਾਊ ਵੀ ਯੂਜ਼ ਇਟ, ਕਿਸ ਤਰ੍ਹਾਂ ਅਸੀਂ ਉਸ ਨੂੰ ਵਰਤਦੇ ਹਾਂ, ਇਹ ਬੜਾ ਮੈਟਰ ਕਰਦਾ ਹੈ ਜੀ। ਤੇ ਦੂਜਾ ਹੈ ਜੀ ਅਨੁਭਵੀ ਗਿਆਨ। ਹੁਣ ਜਿਹੜਾ ਮੈਂ ਬੇਨਤੀ ਕੀਤੀ ਸੀ ਕਿ ਇਸ ਅਨੁਭਵੀ ਗਿਆਨ ਦਾ, ਅਨੁਭਵ ਕਹਿੰਦੇ ਨੇ ਜੀ ਐਕਸਪੀਰੀਅੰਸ ਨੂੰ, ਇਹਦਾ ਸੰਬੰਧ ਸੰਸਾਰਿਕ ਗਿਆਨ ਦੇ ਨਾਲ ਵੀ ਜੁੜਦਾ ਹੈ ਤੇ ਆਤਮਿਕ ਗਿਆਨ ਦੇ ਨਾਲ ਵੀ ਜੁੜਦਾ ਹੈ। ਹੁਣ ਤੁਸੀਂ ਕਿਸੇ ਜੌਬ ਨੂੰ ਸਟਾਰਟ ਕਰਦੇ ਹੋ, ਅੱਜ ਸਟਾਰਟ ਕੀਤੀ ਹੈ, 5-6 ਸਾਲ ਤੁਹਾਨੂੰ ਉਹ ਕੰਮ ਕਰਦਿਆਂ ਹੋ ਗਏ ਨੇ। ਉਹ 5-6 ਸਾਲ ਤੋਂ ਬਾਅਦ ਜਦੋਂ ਕਿਸੇ ਦੂਸਰੀ ਕੰਪਨੀ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ, ਤੇ ਉੱਥੇ ਮੈਂਸ਼ਨ ਹੋਏਗਾ ਕਿ ਤੁਹਾਡਾ ਐਕਸਪੀਰੀਅੰਸ ਕਿੰਨਾ ਹੈ। ਤੇ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਿ ਮੇਰੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ, ਮੇਰੇ ਕੋਲ 5 ਸਾਲ ਦਾ ਅਨੁਭਵ ਹੈ। ਚਲੋ ਇਹਨੂੰ ਆਪਾਂ ਇੱਦਾਂ ਸਮਝ ਲਈਏ, ਕਹਿੰਦੇ ਇੱਕ ਸ਼ਿਪ ਖਰਾਬ ਹੋ ਗਿਆ ਜੀ, ਕੋਈ ਫਾਲਟ ਆ ਗਿਆ ਤੇ ਉਹ ਖਰਾਬ ਹੋ ਗਿਆ, ਰੁਕਿਆ ਪਿਆ, ਚੱਲ ਨਹੀਂ ਰਿਹਾ, ਸਟਾਰਟ ਨਹੀਂ ਹੋ ਰਿਹਾ। ਬੜੇ ਮਕੈਨਿਕ ਮੰਗਾਏ ਗਏ ਨੇ, ਬੜੇ ਮਕੈਨਿਕਸ ਨੂੰ ਉੱਥੇ ਬੁਲਾਇਆ ਗਿਆ ਕਿ ਸ਼ਿਪ ਨੂੰ ਕੋਈ ਠੀਕ ਕਰੇ। ਕਿਸੇ ਕੋਲੋਂ ਉਹ ਸ਼ਿਪ ਠੀਕ ਨਹੀਂ ਹੋਇਆ। ਤੇ ਕਿਸੇ ਨੇ ਦੱਸਿਆ ਕਿ ਇੱਕ ਬਜ਼ੁਰਗ ਬੰਦਾ ਹੈ, ਬੜਾ ਸਮਝਦਾਰ ਹੈ, ਬੜੇ ਸਮੇਂ ਤੋਂ ਇਹ ਕੰਮ ਕਰਦਾ ਪਿਆ, ਉਹਨੂੰ ਬੁਲਾਇਆ ਗਿਆ ਜੀ। ਉਹ ਕੋਈ 70-75 ਸਾਲ ਦਾ ਬਜ਼ੁਰਗ, ਉਹਨੂੰ ਬੁਲਾਇਆ ਗਿਆ ਤੇ ਉਹ ਆਇਆ। ਉਹਨੇ ਸਾਰੇ ਸ਼ਿਪ ਦਾ ਮੁਆਇਨਾ ਕੀਤਾ, ਉਹਨੂੰ ਦੇਖਿਆ ਚੰਗੀ ਤਰ੍ਹਾਂ ਦੇ ਨਾਲ, ਇੱਕ ਚੀਜ਼ ਨੂੰ ਉਹਨੇ ਬੜੇ ਗੌਰ ਦੇ ਨਾਲ ਦੇਖਿਆ। ਤੇ ਜਿਹੜਾ ਉਹਦੇ ਕੋਲ ਟੂਲ ਬੈਗ ਸੀ ਨਾ ਜੀ, ਉਹਦੇ ਵਿੱਚੋਂ ਉਹਨੇ ਇੱਕ ਹੈਮਰ ਕੱਢਿਆ
ਹੈਮਰ ਲੈ ਕੇ ਸ਼ਿਪ ਦੇ ਕੋਲ ਜਾ ਕੇ ਇੱਕ ਜਗ੍ਹਾ ਤੇ ਉਹਨੇ 2-3 ਵਾਰ ਟੈਪ ਕੀਤਾ ਉਸ ਹੈਮਰ ਦੇ ਨਾਲ। 2-3 ਵਾਰ ਜਦੋਂ ਟੈਪ ਕੀਤਾ ਤੇ ਜਿਹੜਾ ਓਨਰ ਸੀ ਉਹਨੂੰ ਕਿਹਾ ਕਿ ਸਟਾਰਟ ਕਰੋ, ਉਹਨੇ ਸਟਾਰਟ ਕੀਤਾ ਤੇ ਸਟਾਰਟ ਹੋ ਗਿਆ ਜੀ। ਉਹ ਬਸ ਸ਼ਿਪ ਠੀਕ ਕਰਕੇ ਚਲਾ ਗਿਆ ਤੇ ਅਗਲੇ ਦਿਨ ਉਹਨੇ ਆਪਣਾ ਬਿੱਲ ਭੇਜ ਦਿੱਤਾ। ਚਲੋ ਕਹਿ ਲਈਏ ਕਿ ਬਿੱਲ ਭੇਜਿਆ ਉਹਨੇ $10,000। ਹੁਣ ਜਦੋਂ ਬਿੱਲ ਦੇਖਿਆ ਨਾ ਓਨਰ ਨੇ ਤੇ ਉਹ ਹੈਰਾਨ ਰਹਿ ਗਿਆ। ਉਹਨੇ ਵਾਪਸ ਲਿਖਿਆ ਜੀ, ਉਹਨੂੰ ਮੇਲ ਕੀਤੀ, ਕਹਿੰਦਾ ਕਮਾਲ ਹੈ, ਤੂੰ ਕੋਈ ਪਾਰਟ ਚੇਂਜ ਨਹੀਂ ਕੀਤਾ, ਤੂੰ ਕੋਈ ਸਰਵਿਸ ਤੱਕ ਨਹੀਂ ਕੀਤੀ, ਕੋਈ ਪਾਰਟ ਉਹਦਾ ਓਪਨ ਕਰਕੇ ਦੁਬਾਰਾ ਫਿਕਸ ਨਹੀਂ ਕੀਤਾ, ਸਿਰਫ 2-3 ਵਾਰ ਟੈਪ ਕੀਤਾ ਹੈ ਤੇ ਉਹਦਾ $10,000 ਕਿਉਂ? ਤੂੰ ਇਹਨੂੰ ਥੋੜਾ ਜਿਹਾ ਵਿਚਾਰ ਤੇ ਦੁਬਾਰਾ ਬਿੱਲ ਆਪਣਾ ਭੇਜ। ਤੇ ਫਿਰ ਉਹਨੇ ਜੀ ਦੁਬਾਰਾ ਬਿੱਲ ਭੇਜਿਆ ਆਪਣਾ। ਉਹ ਕਹਿੰਦਾ ਉਹ ਜਿਹੜਾ ਟੈਪ ਕੀਤਾ ਸੀ ਨਾ, ਉਹ ਟੈਪ ਕਰਨ ਦੇ ਕਹਿੰਦਾ $2 ਤੇ ਇਹ ਪਤਾ ਕਰਨ ਦੇ ਕਿ ਟੈਪ ਕਰਨਾ ਕਿੱਥੇ ਹੈ, ਇਹ ਪਤਾ ਕਰਨ ਦੇ ਕਿ ਟੈਪ ਕਿੱਥੇ ਕਰਨਾ ਹੈ $9,998। ਇਹ ਹੈ ਜੀ ਅਨੁਭਵ। ਇਹਨੂੰ ਅਨੁਭਵੀ ਗਿਆਨ ਕਹਿੰਦੇ ਨੇ। ਸੱਟ ਮਾਰਨੀ ਹਰ ਕੋਈ ਮਾਰ ਸਕਦਾ ਹੈ, ਪਰ ਮਾਰਨੀ ਕਿੱਥੇ ਹੈ ਇਹ ਕਿਸੇ ਵਿਰਲੇ ਨੂੰ ਹੀ ਪਤਾ ਹੁੰਦਾ। ਆਏ ਤਾਂ ਪਹਿਲਾਂ ਵੀ ਬੜੇ ਸੀ ਜੀ ਉੱਥੇ ਮਕੈਨਿਕ, ਪਰ ਪਤਾ ਕਿਸੇ ਨੂੰ ਨਾ ਲੱਗਿਆ ਕਿ ਕੀ ਹੋਇਆ, ਕੀ ਪ੍ਰੋਬਲਮ ਹੈ। ਇਹਨੇ ਇੱਕ ਪਲ ਦੇ ਵਿੱਚ ਠੀਕ ਕਰ ਦਿੱਤਾ। ਇਹਨੂੰ ਅਨੁਭਵੀ ਗਿਆਨ ਕਹਿੰਦੇ ਨੇ। ਇਹ ਹੋ ਗਿਆ ਜੀ ਸੰਸਾਰਿਕ ਗਿਆਨ ਦੇ ਨਾਲ ਸੰਬੰਧਿਤ। ਇਹ ਹਰ ਇੱਕ ਨੂੰ ਅਨੁਭਵ ਹੋ ਜਾਂਦਾ ਹੈ। ਬਜ਼ੁਰਗ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਮੇਰੀ ਗੱਲ ਸੁਣ। ਕਿਉਂ ਗੱਲ ਸੁਣ? ਕਿਉਂ ਕਹਿੰਦੇ ਨੇ ਸਾਨੂੰ? ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਦੇ ਕੋਲ ਅਨੁਭਵ ਹੈ। ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਜੀਵੀ ਕਿਵੇਂ ਜਾਂਦੀ ਹੈ। ਉਹ ਸਾਡੀ ਇਸ ਜ਼ਿੰਦਗੀ ਜਵਾਨੀ ਵਾਲੀ ਲਾਈਨ ਦੇ ਵਿੱਚੋਂ ਲੰਘ ਕੇ ਆਏ ਨੇ। ਬੁਢੇਪੇ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਕਈ ਐਕਸਪੀਰੀਐਂਸਸ ਹੋਏ ਨੇ, ਉਹ ਸਾਡੇ ਨਾਲ ਸਾਂਝਾ ਕਰਨੇ ਚਾਹੁੰਦੇ ਨੇ। ਪਰ ਬਦਕਿਸਮਤੀ ਸਾਡੀ, ਅਸੀਂ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਹੀ ਕਰ ਦਿੰਦੇ ਹਾਂ। ਸਾਡੇ ਕੋਲ ਟਾਈਮ ਨਹੀਂ ਨਾ ਹੈਗਾ। ਪਰ ਜੋ ਅਨੁਭਵ ਉਹਨਾਂ ਬਜ਼ੁਰਗਾਂ ਦੇ ਕੋਲ ਹੈ। ਚਲੋ ਇੱਕ ਹੋਰ ਛੋਟੀ ਜੀ ਕਹਾਣੀ। ਕਹਿੰਦੇ ਨੇ ਮੁੰਡਾ ਤੇ ਕੁੜੀ ਸੀ ਜੀ, ਆਪਸ 'ਚ ਪਿਆਰ ਕਰਦੇ ਸੀ। ਉਹਨਾਂ ਨੇ ਪਰਿਵਾਰ ਦੇ ਵਿੱਚ ਪਹੁੰਚ ਕੀਤੀ ਕਿ ਅਸੀਂ ਵਿਆਹ ਕਰਾਉਣਾ ਦੋਨਾਂ ਨੇ। ਮੁੰਡੇ ਵਾਲੇ ਮੰਨ ਗਏ, ਕੁੜੀ ਵਾਲੇ ਨਾ ਮੰਨਣ। ਕੁੜੀ ਵਾਲੇ ਨਾ ਮੰਨਣ, ਬੜਾ ਜ਼ੋਰ ਲਗਾਇਆ ਜੀ, ਮੰਨਣ ਹੀ ਨਾ। ਤੇ ਕੁੜੀ ਵਾਲਿਆਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਅਸੀਂ ਆਪਣੀ ਬੇਟੀ ਦਾ ਵਿਆਹ ਤੁਹਾਡੇ ਬੇਟੇ ਦੇ ਨਾਲ ਕਰਾਂਗੇ, ਪਰ ਸ਼ਰਤ ਇਹ ਹੈ ਕਿ ਜਦੋਂ ਤੁਸੀਂ ਬਰਾਤ ਲੈ ਕੇ ਆਓ, ਉਸ ਬਰਾਤ ਦੇ ਵਿੱਚ ਕੋਈ ਬਜ਼ੁਰਗ ਨਹੀਂ ਹੋਣਾ ਚਾਹੀਦਾ। ਉਸ ਬਰਾਤ ਦੇ ਵਿੱਚ ਕੋਈ ਬਜ਼ੁਰਗ ਨਹੀਂ ਹੋਣਾ ਚਾਹੀਦਾ। ਬੜੀ ਅਜੀਬ ਜੀ ਸ਼ਰਤ ਹੈ ਜੀ, ਬੜੀ ਅਜੀਬ ਜੀ ਕੰਡੀਸ਼ਨ ਲਗਾ ਦਿੱਤੀ ਉਹਨਾਂ ਨੇ ਕਿ ਇਹ ਕੀ ਕਹਾਣੀ ਵੀ ਬਜ਼ੁਰਗ ਨਹੀਂ ਹੋਣਾ ਚਾਹੀਦਾ। ਚਲੋ ਜੀ ਮੰਨ ਗਏ। ਜਿਹੜਾ ਮੁੰਡੇ ਦਾ ਨਾਨਾ ਸੀ ਨਾ ਜੀ, ਨਾਨਾ, ਉਹ ਕਹਿੰਦਾ ਨਾ, ਜੋ ਮਰਜ਼ੀ ਕੰਡੀਸ਼ਨ ਹੈ, ਮੈਨੂੰ ਨਹੀਂ ਪਤਾ ਤੁਸੀਂ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਮੈਂ ਬਰਾਤ ਦੇ ਵਿੱਚ ਜਾਣਾ ਹੈ ਤੇ ਜਾਣਾ ਹੈ, ਬਸ ਜਿਵੇਂ ਮਰਜ਼ੀ ਲੈ ਕੇ ਜਾਓ ਮੈਨੂੰ, ਮੈਂ ਜਾਣਾ ਹੈ। ਉਹ ਚਲੋ ਕਹਿੰਦੇ ਬਾਪੂ ਨੂੰ ਆਪਾਂ ਨਾ ਕਾਰ ਦੇ ਬੂਥ ਦੇ ਵਿੱਚ, ਪੰਜਾਬੀ 'ਚ ਡਿੱਗੀ ਬੋਲਦੇ ਨੇ, ਬੂਥ ਦੇ ਵਿੱਚ ਬੰਦ ਕਰਕੇ ਤੇ ਲੈ ਜਾਵਾਂਗੇ ਜੀ। ਲੈ ਗਏ। ਹੁਣ ਜਦੋਂ ਉੱਥੇ ਪਹੁੰਚੇ ਕੁੜੀ ਵਾਲਿਆਂ ਦੇ ਘਰੇ ਜੀ, ਤੇ ਅਜੇ ਮਿਲਣੀ ਹੋਣੀ ਸੀ, ਉਹਨਾਂ ਨੇ ਇੱਕ ਨਵੀਂ ਕੰਡੀਸ਼ਨ ਲਗਾ ਦਿੱਤੀ। ਕਹਿੰਦੇ ਵਿਆਹ ਅਸੀਂ ਕਰਾਂਗੇ, ਪਰ ਸਾਡੇ ਕੋਲ ਹੀ ਨਾ ਇੱਕ ਨਹਿਰ ਹੈ, ਪਾਣੀ ਵਾਲੀ ਨਹਿਰ, ਕੈਨਲ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਉਸ ਪਾਣੀ ਦੀ ਜਗ੍ਹਾ ਤੇ ਤੁਸੀਂ ਦੁੱਧ ਜਿਹੜਾ ਨਾ ਉਹਦੇ ਵਿੱਚ ਫਲੋ ਕਰ ਦਿਓ। ਪਾਣੀ ਚੱਲਦਾ ਪਿਆ ਨਹਿਰ ਦੇ ਵਿੱਚ, ਪਰ ਪਾਣੀ ਦੀ ਜਗ੍ਹਾ ਤੇ ਦੁੱਧ ਜਿਹੜਾ ਹੈ ਨਾ ਉਹ ਫਲੋ ਹੋਣਾ ਚਾਹੀਦਾ ਹੈ, ਦੁੱਧ ਦੀ ਨਹਿਰ ਚੱਲਣੀ ਚਾਹੀਦੀ ਹੈ। ਕਹਿੰਦੇ ਇਹ ਤਾਂ ਹੋ ਹੀ ਨਹੀਂ ਸਕਦਾ। ਵਿਚਾਰੇ ਨਿਰਾਸ਼ ਹੋ ਕੇ ਵਾਪਸ ਮੁੜਨ ਲੱਗੇ। ਉਹ ਜਦੋਂ ਜਾਣ ਲੱਗੇ ਨਾ, ਚੇਤਾ ਆਇਆ ਕਿ ਨਾਨਾ ਜਿਹੜਾ ਹੈ ਉਹ ਬੂਥ ਦੇ ਵਿੱਚ ਬੰਦ। ਕਹਿੰਦੇ ਉਹਨੂੰ ਤੇ ਵਿਚਾਰੇ ਨੂੰ ਹੁਣ ਬਾਹਰ ਕੱਢ ਲਓ। ਬਾਹਰ ਕੱਢਿਆ ਤੇ ਕਹਿੰਦੇ ਕੀ ਹੋਇਆ, ਵਿਆਹ ਨਹੀਂ ਹੋਇਆ? ਕਹਿੰਦੇ ਉਹ ਮੰਨੇ ਨਹੀਂ, ਉਹਨਾਂ ਨੇ ਆਹ ਸ਼ਰਤ ਰੱਖ ਦਿੱਤੀ ਹੈ। ਕਮਲੇ ਇੰਨੀ ਕੁ ਗੱਲ, ਕਹਿੰਦਾ ਨਿੱਕੀ ਜੀ ਗੱਲ ਕਰਕੇ ਤੁਸੀਂ ਵਾਪਸ ਮੁੜਨ ਲੱਗੇ ਹੋ? ਕਹਿੰਦਾ ਪਾਪਾ ਤੁਹਾਨੂੰ ਨਿੱਕੀ ਜੀ ਗੱਲ ਲੱਗਦੀ ਹੈ ਕੋਈ? ਕਹਿੰਦਾ ਹਾਂ ਛੋਟੀ ਜੀ ਗੱਲ ਤਾਂ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਕੁੜੀ ਦੇ ਨਾਲ ਵਿਆਹ ਹੋਵੇ, ਜਾ ਕੇ ਉਹਨਾਂ ਨੂੰ ਕਹਿ ਦਿਓ ਤੁਸੀਂ ਨਹਿਰ ਦਾ ਪਾਣੀ ਖਾਲੀ ਕਰੋ, ਅਸੀਂ ਦੁੱਧ ਵਿੱਚ ਵਹਾਉਣ ਨੂੰ ਤਿਆਰ ਬੈਠੇ ਹਾਂ। ਇਹ ਐਕਸਪੀਰੀਅੰਸ ਹੁੰਦਾ, ਇਹਨੂੰ ਅਨੁਭਵ ਬੋਲਦੇ ਨੇ, ਜਿਹੜਾ ਬਜ਼ੁਰਗਾਂ ਦੇ ਕੋਲ ਹੀ ਹੋਇਆ ਕਰਦਾ ਹੈ। ਸੋ ਇਹ ਸਮੇਂ ਦੇ ਨਾਲ ਆਉਂਦਾ ਹੈ। ਤੇ ਤੀਜਾ ਹੈ ਜੀ ਆਤਮਿਕ ਗਿਆਨ। ਇਹ ਹੋ ਗਿਆ ਜੀ ਅਨੁਭਵੀ ਗਿਆਨ। ਤੀਜਾ ਹੈ ਆਤਮਿਕ ਗਿਆਨ। ਇਹ ਆਤਮਿਕ ਗਿਆਨ ਦੀ ਪ੍ਰਾਪਤੀ ਗੁਰੂ ਦੇ ਪਾਸੋਂ ਹੈ। ਗਿਆਨ ਅੰਜਨ ਗੁਰ ਦੀਆ, ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ, ਆਤਮਿਕ ਗਿਆਨ। ਇਹ ਗਿਆਨ ਗੁਰੂ ਦੇ ਕੋਲੋਂ ਹੀ ਪ੍ਰਾਪਤ ਹੋਣਾ ਹੈ। ਤੇ ਜਦੋਂ ਇਹ ਗਿਆਨ ਪ੍ਰਾਪਤ ਹੁੰਦਾ ਨਾ, ਇਸ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਸੰਸਾਰਿਕ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ। ਇਸ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਸੰਸਾਰਿਕ ਗਿਆਨ ਦੀ ਜ਼ਰੂਰਤ ਨਹੀਂ। ਉਹ ਦੋਨਾਂ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਗੁਰੂ ਦੇ ਕੋਲ ਆ ਗਏ ਨਾ, ਸਤਿਗੁਰੂ ਜੀ ਕਹਿੰਦੇ ਨੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਭਾਵੇਂ ਕੋਈ ਪੜ੍ਹਿਆ ਲਿਖਿਆ ਹੈ, ਭਾਵੇਂ ਕੋਈ ਅਨਪੜ੍ਹ ਹੈ, ਗੁਰੂ ਦੇ ਕੋਲ ਆ ਜਾਏ ਪਰਮਗਤ ਪਾਵੇ। ਆਤਮਿਕ ਗਿਆਨ ਦੀ ਉਸ ਨੂੰ ਪ੍ਰਾਪਤੀ ਹੋ ਸਕਦੀ ਹੈ।
ਤੇ ਜਦੋਂ ਫਿਰ ਆਤਮਿਕ ਗਿਆਨ ਪ੍ਰਾਪਤ ਹੁੰਦਾ ਨਾ, ਇਹਦੇ ਵਿੱਚੋਂ ਵੀ ਅਨੁਭਵ ਹੁੰਦਾ ਹੈ। ਇਹ ਆਤਮਿਕ ਗਿਆਨ ਜਿਹੜਾ ਨਾ ਕਿਤਾਬਾਂ ਵਿੱਚੋਂ ਨਹੀਂ ਜੀ ਮਿਲਦਾ, ਇਹ ਗੁਰੂ ਦੇ ਪਾਸੋਂ ਮਿਲਣਾ ਹੈ। ਤੇ ਜਦੋਂ ਗੁਰੂ ਦੇ ਨਾਲ ਆਣ ਕੇ ਇਨਸਾਨ ਆਪਣਾ ਰਿਸ਼ਤਾ ਜੋੜਦਾ ਨਾ, ਸੰਬੰਧ ਜੋੜਦਾ ਹੈ, ਫਿਰ ਗੁਰੂ ਇਹਦੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੰਦਾ ਹੈ। ਗਿਆਨ ਦਾ ਸੁਰਮਾ ਪੈਂਦਾ ਹੈ ਫਿਰ ਅੱਖਾਂ ਦੇ ਵਿੱਚ। ਕਹਿੰਦੇ ਨੇ ਇੱਕ ਉਪਨਿਸ਼ਦ, ਹਿੰਦੂ ਧਰਮ ਦੇ ਵਿੱਚ ਨਾ ਉਪਨਿਸ਼ਦ ਨੇ, ਧਾਰਮਿਕ ਗ੍ਰੰਥ ਨੇ, ਉਹਨਾਂ ਦੇ ਵਿੱਚ ਇੱਕ ਹੈ ਜੀ ਛਾਂਦੋਗਯ, ਉਪਨਿਸ਼ਦ ਦਾ ਨਾਮ ਹੈ। ਉਹਦੇ ਵਿੱਚ ਇੱਕ ਘਟਨਾ ਬੜੀ ਪਿਆਰੀ ਹੈ। ਇੱਕ ਨਾ ਉਦਾਲਕ ਰਿਸ਼ੀ ਹੋਇਆ, ਉਦਾਲਕ ਰਿਸ਼ੀ ਹੋਇਆ ਹੈ, ਉਹਦਾ ਮੁੰਡਾ ਸ਼ਵੇਤ ਕੇਤੂ। ਉਦਾਲਕ ਰਿਸ਼ੀ ਦਾ ਮੁੰਡਾ ਸ਼ਵੇਤ ਕੇਤੂ ਜਦੋਂ 12 ਸਾਲ ਦਾ ਹੋਇਆ ਨਾ, ਤੇ ਇਸ ਆਪਣੇ ਪੁੱਤਰ ਨੂੰ ਉਹਨੇ ਪੜ੍ਹਨ ਵਾਸਤੇ ਭੇਜਿਆ ਕਿ ਚੱਲ ਕਾਕਾ ਵਿਦਿਆ ਪ੍ਰਾਪਤ ਕਰਕੇ ਆ। ਪੜ੍ਹਨ ਵਾਸਤੇ ਗਿਆ ਜੀ, 12 ਸਾਲ ਲਗਾਏ ਉਸਨੇ। 12 ਸਾਲ ਦੀ ਉਮਰ ਦੇ ਵਿੱਚ ਗਿਆ, 12 ਸਾਲ ਉਹਨੇ ਸਟੱਡੀ ਕੀਤੀ, ਵੱਖ-ਵੱਖ ਆਪਣੇ ਗੁਰੂਆਂ ਦੇ ਕੋਲ ਉਹ ਪੜ੍ਹਿਆ। ਹਰ ਇੱਕ ਭਾਸ਼ਾ ਤਕਰੀਬਨ ਜਿਹੜੀ ਉਸ ਸਮੇਂ ਸੀ ਉਹ ਪੜ੍ਹੀ। ਮੈਥੇਮੈਟਿਕਸ ਦੂਜੀ ਤੀਜੀਆਂ ਸਾਰੇ ਵਿਸ਼ੇ ਜਿਹੜੇ ਸਬਜੈਕਟ ਨੇ ਉਹਨੇ ਪੜ੍ਹੇ, ਬੜੀ ਡਿਟੇਲ ਦੇ ਨਾਲ ਪੜ੍ਹੇ। ਤੇ ਜਦੋਂ 12 ਸਾਲਾਂ ਬਾਅਦ ਪੜ੍ਹ ਕੇ ਵਾਪਸ ਆਇਆ, ਆਪਣੇ ਪਿਤਾ ਉਦਾਲਕ ਰਿਸ਼ੀ ਨੂੰ ਮਿਲਿਆ, ਤੇ ਪਿਤਾ ਨੇ ਸਵਾਲ ਕੀਤਾ, ਕਹਿੰਦਾ ਕਾਕਾ ਪੜ੍ਹ ਆਇਆ? ਕਹਿੰਦਾ ਹਾਂ। ਹੁਣ ਖਿਆਲ ਕਰਿਓ, ਇਹ ਸੰਸਾਰਕ ਗਿਆਨ ਪ੍ਰਾਪਤ ਕਰਕੇ ਆਇਆ ਹੈ ਸ਼ਵੇਤ ਕੇਤੂ, ਤੇ ਹੰਕਾਰ ਆ ਗਿਆ ਕਿ ਮੈਂ ਵਿਦਵਾਨ ਬਣ ਗਿਆ, ਮੈਂ ਬੜਾ ਪੜ੍ਹ ਲਿਆ, ਮੈਂ 12 ਸਾਲ ਮਿਹਨਤ ਕੀਤੀ, ਮੈਂ ਬੜਾ ਵੱਡਾ ਵਿਦਵਾਨ ਬਣ ਗਿਆ, ਹੰਕਾਰ ਆ ਗਿਆ। ਤੇ ਪਿਤਾ ਨੇ ਪੁੱਛਿਆ, ਕਹਿੰਦਾ ਕਾਕਾ ਪੜ੍ਹ ਆਇਆ? ਕਹਿੰਦਾ ਜੀ ਪੜ੍ਹ ਆਇਆ। ਕਹਿੰਦਾ ਕੀ ਤੂੰ ਉਹ ਵਿਦਿਆ ਪੜ੍ਹੀ ਹੈ ਜਿਸ ਵਿਦਿਆ ਨੂੰ ਪੜ੍ਹਨ ਤੋਂ ਬਾਅਦ ਅਣਸੁਣੇ ਨੂੰ ਸੁਣਿਆ ਜਾ ਸਕਦਾ ਹੈ? ਅਣਸੁਣੇ ਨੂੰ ਸੁਣਿਆ ਜਾ ਸਕਦਾ ਹੈ। ਕੀ ਤੂੰ ਉਹ ਵਿਦਿਆ ਪੜ੍ਹੀ ਹੈ ਜਿਸ ਨੂੰ ਕੋਈ ਦੇਖ ਨਹੀਂ ਸਕਦਾ, ਉਹਨੂੰ ਦੇਖ ਸਕੇ? ਐਸੀ ਕੋਈ ਵਿਦਿਆ ਪੜ੍ਹੀ ਹੈ ਤੂੰ? ਕਹਿੰਦਾ ਪਿਤਾ ਜੀ ਐਸੀ ਤਾਂ ਵਿਦਿਆ ਮੇਰੇ ਗੁਰੂ ਨੇ ਮੈਨੂੰ ਪੜ੍ਹਾਈ ਕੋਈ ਨਹੀਂ। ਤੇ ਇਹ ਜਿਹੜੀ ਵਿਦਿਆ ਹੈ ਨਾ, ਇਹ ਸੰਸਾਰਕ ਤੌਰ ਤੇ ਕਿਸੇ ਤੁਹਾਨੂੰ ਟੀਚਰ ਨੇ ਨਹੀਂ ਪੜ੍ਹਾਉਣੀ, ਇਹ ਵਿਦਿਆ ਤੁਹਾਨੂੰ ਪੜ੍ਹਾਉਣੀ ਹੈ ਗੁਰੂ ਨੇ। ਤੇ ਫਿਰ ਉਹ ਆਪਣੇ ਪਿਤਾ ਨੂੰ ਕਹਿੰਦਾ ਮੈਂ ਇਹ ਵਿਦਿਆ ਨਹੀਂ ਪੜ੍ਹੀ, ਕਿਰਪਾ ਕਰੋ ਤੁਸੀਂ ਮੈਨੂੰ ਇਹ ਵਿਦਿਆ ਦੀ ਦਾਤ ਬਖਸ਼ੋ। ਇਹ ਆਤਮਿਕ ਗਿਆਨ ਹੈ। ਉਹ ਗਿਆਨ ਜਦੋਂ ਗੁਰੂ ਦੇ ਪਾਸੋਂ ਮਿਲਦਾ ਹੈ ਨਾ, ਫਿਰ ਜਿਹਨੂੰ ਕਹਿੰਦਾ ਨਾ ਪ੍ਰਮਾਤਮਾ ਦੇ ਮੈਂ ਦਰਸ਼ਨ ਕਰਨੇ ਨੇ, ਸਾਧ ਸੰਗਤ, ਫਿਰ ਉਹ ਪ੍ਰਤੱਖ ਤੌਰ ਤੇ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ, ਮਹਿਸੂਸ ਹੁੰਦਾ ਹੈ ਪ੍ਰਮਾਤਮਾ। ਫਿਰ ਉਹ ਪ੍ਰਮਾਤਮਾ ਸੁਣਾਈ ਦਿੰਦਾ ਹੈ, ਕੰਨਾਂ ਦੇ ਵਿੱਚ ਉਹਦੀ ਆਵਾਜ਼ ਸੁਣਾਈ ਦਿੰਦੀ ਹੈ। ਗੁਰੂ ਦਾ ਸ਼ਬਦ ਜਿਹੜਾ ਹੈ ਨਾ ਜੀ, ਇਹ ਕੰਨਾਂ ਦੇ ਵਿੱਚ ਗੂੰਜਦਾ ਰਹਿੰਦਾ, ਇਹੀ ਪ੍ਰਮਾਤਮਾ ਦੀ ਆਵਾਜ਼ ਸੁਣਾਈ ਦੇਣੀ ਹੈ। ਇਹ ਆਤਮਿਕ ਗਿਆਨ ਹੈ। ਤੇ ਜਿਹੜਾ ਆਤਮਿਕ ਗਿਆਨ ਦੇ ਵਿੱਚੋਂ ਫਿਰ ਅਨੁਭਵ ਨਿਕਲਦਾ ਹੈ, ਉਹਨੂੰ ਆਤਮਿਕ ਅਨੁਭਵ ਬੋਲਦੇ ਨੇ। ਮੈਂ ਕਿਹਾ ਸੀ ਨਾ ਜੀ ਕਿ ਐਕਸਪੀਰੀਅੰਸ ਦਾ ਸੰਬੰਧ ਸੰਸਾਰਕ ਗਿਆਨ ਦੇ ਨਾਲ ਵੀ ਹੈ, ਤੇ ਐਕਸਪੀਰੀਅੰਸ ਦਾ ਸੰਬੰਧ ਆਤਮਿਕ ਗਿਆਨ ਦੇ ਨਾਲ ਵੀ ਹੈ। ਸੰਸਾਰਕ ਗਿਆਨ ਦੇ ਵਿੱਚੋਂ ਵੀ ਐਕਸਪੀਰੀਅੰਸ ਤੁਹਾਨੂੰ ਮਿਲੇਗਾ, ਤੇ ਆਤਮਿਕ ਗਿਆਨ ਦੇ ਵਿੱਚੋਂ ਵੀ ਐਕਸਪੀਰੀਅੰਸ ਮਿਲੇਗਾ। ਜਿਹੜਾ ਆਤਮਿਕ ਗਿਆਨ ਵਾਲਾ ਐਕਸਪੀਰੀਅੰਸ ਹੋਏਗਾ ਨਾ, ਸਾਧ ਸੰਗਤ ਦੀ ਬਰਾਬਰੀ ਕੋਈ ਨਹੀਂ ਜੇ ਕਰ ਸਕਦਾ। ਸੋ ਸਤਿਗੁਰੂ ਜੀ ਇਹੀ ਗੱਲ ਸਾਨੂੰ ਸਮਝਾਉਂਦੇ ਪਏ ਨੇ। ਆਹ ਜਿਹੜੇ ਬਚਨ ਆਪਾਂ ਪੜ੍ਹਦੇ ਪਏ ਹਨ, ਚੱਚੈ ਚਾਰੇ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾਂ, ਜੁਗ ਜੁਗ ਜੋਗੀ ਖਾਣੀ ਭੋਗੀ, ਪੜ੍ਹਿਆ ਪੰਡਿਤ ਆਪ ਥੀਆ, ਪੜ੍ਹਿਆ ਪੰਡਿਤ ਆਪ ਥੀਆ ਦੇ ਵੱਲ ਧਿਆਨ ਦਿਓ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਸਾਰੇ ਗਿਆਨ ਦਾ ਸੋਰਸ ਹੈ, ਤੇ ਜੇ ਤੇਰੇ ਕੋਲ 4 ਅੱਖਰ ਪੜ੍ਹ ਕੇ ਗਿਆਨ ਆ ਗਿਆ ਹੈ ਨਾ, ਸਾਹਿਬ ਜੀ ਕਹਿੰਦੇ ਉਹਦਾ ਹੰਕਾਰ ਨਾ ਕਰ। ਜੇ ਉਹ ਤੈਨੂੰ ਗਿਆਨ ਦੇਣ ਵਾਲਾ ਹੈ ਨਾ, ਤੇ ਜੇ ਉਹ ਕਰਨ ਤੇ ਆ ਗਿਆ, ਉਸ ਗਿਆਨ ਨੂੰ ਇੱਕ ਪਲ ਦੇ ਵਿੱਚ ਖੋ ਸਕਦਾ ਹੈ। ਪਤਾ ਨਹੀਂ ਸੱਚ ਹੈ ਕਿ ਨਹੀਂ, ਪਰ ਕਹਿੰਦੇ ਜਿਹੜਾ ਬਹੁਤਾ ਜ਼ਿਆਦਾ ਪੜ੍ਹਦੇ ਨੇ ਉਹਦਾ ਦਿਮਾਗ ਹਿੱਲ ਜਾਂਦਾ ਹੈ। ਦਿਮਾਗ ਪਤਾ ਕਿਉਂ ਹਿੱਲਦਾ ਹੈ? ਕਿਉਂਕਿ ਹੰਕਾਰ ਆ ਗਿਆ, ਉਹਨੂੰ ਲੱਗਣ ਲੱਗ ਗਿਆ ਕਿ ਮੈਂ ਬੜਾ ਕੁਝ ਜਾਣਦਾ। ਮੇਰੇ ਖਿਆਲ ਇੱਕ ਸੁਕਰਾਤ ਦਾ ਨਾਂ ਸੁਣਿਆ ਹੋਏਗਾ ਤੁਸੀਂ, ਇੰਗਲਿਸ਼ ਦੇ ਵਿੱਚ ਬੜਾ ਅਜੀਬ ਜਿਹੇ ਤਰੀਕੇ ਦੇ ਨਾਲ ਲੈਂਦੇ ਹੋ, ਸੁਕਰੇਟਸ ਕਰਕੇ ਨਾਮ ਲੈਂਦੇ ਹੋ ਜੀ ਉਹਦਾ। ਪੰਜਾਬੀ 'ਚ ਅਸੀਂ ਸੁਕਰਾਤ ਬੋਲਦੇ ਹਾਂ। ਜਦੋਂ ਬੱਚਾ ਸੀ ਨਾ, ਟਾਈਮ ਵੈਸੇ ਹੋ ਗਿਆ, ਚਲੋ ਛੋਟੀ ਜੀ ਗੱਲ ਹੈ, ਬੱਚਾ ਸੀ ਕਹਿੰਦਾ ਮੈਂ ਬੜਾ ਕੁਝ ਜਾਣਦਾ, ਮੈਂ ਸਭ ਕੁਝ ਜਾਣਦਾ। ਜਵਾਨ ਹੋਇਆ ਕਹਿੰਦਾ ਨਹੀਂ, ਮੈਂ ਸਭ ਕੁਝ ਨਹੀਂ ਜਾਣਦਾ। ਜਦੋਂ ਬੁਢੇਪੇ ਵਿੱਚ ਪਹੁੰਚਿਆ ਨਾ, ਕਹਿੰਦਾ ਮੈਨੂੰ ਕੁਛ ਨਹੀਂ ਪਤਾ, ਮੈਂ ਜਾਣਦਾ ਕੁਛ ਨਹੀਂ। ਇਹ ਜਿਨ੍ਹਾਂ ਨੂੰ ਅੰਦਰੋਂ, ਜਿਹੜੇ ਅੰਦਰ ਨੂੰ ਆਪਣੇ ਨੂੰ ਖੋਜਦੇ ਨਾ, ਜਿਹੜਾ ਅੰਦਰੋਂ ਆਤਮਿਕ ਗਿਆਨ ਗੁਰੂ ਦੀ ਕਿਰਪਾ ਨਾਲ ਨਿਕਲਦਾ ਹੈ, ਫਿਰ ਉਹ ਕਹਿ ਦਿੰਦੇ ਨੇ ਇਕਬਾਲ ਵਾਂਗ ਕਿ ਸੋਚਾ ਥਾ ਇਲਮ ਸੇ ਜਾਣੇ ਕਿ ਕੁਛ ਜਾਣਾ ਤੋ ਜੇ ਜਾਣਾ ਕਿ ਨਾ ਜਾਣਾ ਕੁਛ ਵੀ। ਉਹ ਫਿਰ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਕੁਝ ਨਹੀਂ ਪਤਾ, ਮੈਂ ਕੁਛ ਨਹੀਂ ਜਾਣਦਾ। ਬਾਬੇ ਫਰੀਦ ਨੇ ਵੀ ਇਹੀ ਗੱਲ ਕਹੀ ਕਿ ਜਿਹੜਾ ਰੱਬ ਨਾਲ ਜੁੜ ਗਿਆ, ਜਿਸ ਨੂੰ ਆਤਮਿਕ ਗਿਆਨ ਦੀ ਸਮਝ ਆ ਗਈ, ਉਹ ਫਿਰ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਵਿਚਰਦਾ ਜਿਸ ਤਰ੍ਹਾਂ ਉਹ ਜਾਣਦਾ ਹੀ ਕੁਝ ਨਹੀਂ, ਵਿਖਾਵਾ ਨਹੀਂ ਜੇ ਕਰਦਾ ਉਹ ਆਪਣੇ ਗਿਆਨ ਦਾ। ਉਹ ਉਸ ਗਿਆਨ ਨੂੰ
ਆਪਣੇ ਅੰਦਰ ਫੀਲ ਕਰਦਾ ਹੈ, ਕਮਾਉਂਦਾ ਹੈ, ਮਹਿਸੂਸ ਕਰਦਾ ਹੈ, ਉਹ ਅਨੁਭਵ ਐਕਸਪੀਰੀਅੰਸ ਫਿਰ ਉਹ ਮਹਿਸੂਸ ਕਰਦਾ ਜੀ ਆਪਣੇ ਅੰਦਰ। ਸੋ ਇਹ ਗੱਲ ਸਤਿਗੁਰਾਂ ਨੇ ਸਮਝਾਈ ਹੈ, ਜੇ ਤੇਰੇ ਕੋਲ ਗਿਆਨ ਆ ਗਿਆ ਹੈ, ਹੰਕਾਰ ਨਾ ਕਰ, ਇਸ ਗਿਆਨ ਦਾ ਦਾਤਾ ਉਹ ਮਾਲਕ ਹੈ, ਜੇ ਉਹ ਦੇ ਸਕਦਾ ਹੈ ਤੇ ਉਹ ਲੈ ਵੀ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਜਿਹੜਾ ਹੈ ਇਹ ਸਾਡੀ ਸਮਝ ਦੇ ਵਿੱਚ ਆ ਜਾਏ ਜੀ, ਤਾਂ ਕਿ ਇਹਨਾਂ ਬਚਨਾਂ ਨੂੰ ਜੀਵਨ ਦੇ ਵਿੱਚ ਕਮਾ ਕੇ ਆਤਮਿਕ ਤੌਰ ਤੇ ਸੰਸਾਰਿਕ ਤੌਰ ਤੇ ਅਸੀਂ ਸਫਲ ਹੋ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।